यस गुड मॉर्निंग क्लास ਅਸੀਂ ਕੱਲ क्वेश्चन नंबर 1 10.4 ਦਾ ਕਰ ਲਿਆ ਸੀ। ਅੱਜ ਅਸੀਂ ਕੁਐਸਚਨ ਕਰ ਰਹੇ ਹਾਂ क्वेश्चन नंबर 2। ਸੋ ਸਟੇਟਮੈਂਟ ਧਿਆਨ ਦੇ ਨਾਲ ਪੜੋ। ਸੀ ਦ ਸਟੇਟਮੈਂਟ if two chords of a circle intersect within the circle, prove that the segment of one chord are equal to the corresponding segment of the other chord. So in the given statement we have two equal chords in a circle with center O, right? So what is to prove is to prove that the corresponding part of one segment of a chord is equal to the other segments of the chord. So see in the figure you have a circle with center O. See we have two chords P, Q and RS. We have a two chords. तो ਇਹਨੂੰ ਸਿੰਪਲੀ ਤੁਸੀਂ ਪ੍ਰੂਫ ਕੀ ਕਰਨਾ ਕਿ ਇਹਦਾ ਵਨ ਜੇ ਕੋਡ ਹੈ ਜਿਵੇਂ ਪੀ ਕਿਊ ਇਹ ਕੋਡ ਹੈ ਉਹਦਾ ਇੱਕ ਸੈਗਮੈਂਟ ਹੈ, ਇਹਦਾ ਇੱਕ ਸੈਗਮੈਂਟ ਹੈ ਪੀ ਵੀ, ਤਾਂ ਇਹਦਾ ਕੋਰਸਪੋਂਡਿੰਗ ਸੈਗਮੈਂਟ ਆਰ ਯੂ ਇਹਦੇ ਇਕੁਅਲ ਹੋਏਗਾ ਔਰ ਵੀ ਟੀ ਯੂ ਟੀ ਦੇ ਇਕੁਅਲ ਹੋਏਗਾ, ਟੀ ਕਿਊ ਯੂ ਕੈਨ ਸੇ ਟੀ ਐਸ ਦੇ ਇਕੁਅਲ ਹੋਏਗਾ। ਸੋ ਇਹ ਚੀਜ਼ ਅਸੀਂ ਪ੍ਰੂਵ ਕਰਨੀ ਕਿ ਸੈਗਮੈਂਟ ਕੀ ਕੋਡ ਹੈ ਉਹਦਾ ਇੱਕ ਸੈਗਮੈਂਟ ਉਹਦੀ ਕੋਰਸਪੋਂਡਿੰਗ ਕੋਡ ਦੇ ਸੈਗਮੈਂਟ ਦੇ ਇਕੁਅਲ ਹੋਏਗਾ, ਰਾਈਟ? ਇਹ ਪਾਰਟ ਇਹਦੇ ਇਕੁਅਲ ਹੈ, ਸੋ ਇਹ ਰਿਮੇਨਿੰਗ ਪਾਰਟ ਇਹਦੇ ਇਕੁਅਲ ਹੋਏਗਾ। ਇਹ ਚੀਜ਼ ਅਸੀਂ ਪ੍ਰੂਵ ਕਰਨੀ ਹੈ, ਰਾਈਟ? तो इस क्वेश्चन ਦੇ ਵਿੱਚ ਨਾ ਕਈ ਵਾਰ ਬੱਚੇ ਭੁਲੇਖਾ ਖਾ ਜਾਂਦੇ ਨੇ ਕਿ ਸੈਗਮੈਂਟ ਸ਼ਾਇਦ ਇਹ ਚੀਜ਼ ਨੂੰ ਕਿਹਾ ਗਿਆ ਦਿਸ ਪੋਰਸ਼ਨ ਨੂੰ ਕਿਹਾ ਗਿਆ, ਰਾਈਟ? ਸੋ ਇਹਦੇ ਵਿੱਚ ਇਹ ਚੀਜ਼ ਦੀ ਗੱਲ ਨਹੀਂ ਕੀਤੀ ਕਿ ਸੈਗਮੈਂਟ ਇਜ਼ ਦ ਕੋਡ ਦਾ ਇੱਕ ਛੋਟਾ ਜਿਹਾ ਪਾਰਟ। ਸੋ ਇਹ ਚੀਜ਼ ਤੁਸੀਂ ਪ੍ਰੂਵ ਕਰਨਾ। ਫਸਟ ਆਫ ਆਲ I start with the theorems ਜਿਹੜੇ ਥਿਊਰਮ ਅਸੀਂ ਪ੍ਰੀਵੀਅਸ ਕਰ ਚੁੱਕੇ ਹਾਂ। that was ਇਹਦੇ ਵਿੱਚ ਮੈਂ ਕੁਝ ਕੰਸਟਰਕਸ਼ਨ ਕੀਤੀਆਂ, ਜਿਵੇਂ ਮੈਂ ਇੱਕ perpendicular draw ਕੀਤਾ, ਇੱਕ perpendicular draw ਕੀਤਾ from point 0 O to this chord RS। तो RS ਤੇ ਅਗਰ ਇੱਕ ਮੈਂ perpendicular draw ਕਰ ਰਿਹਾ ਤਾਂ definitely according to that theorem we discussed in the previous lecture that you must be the bisector, because OU be the bisector of this line RS is a chord, refer as a chord। तो ਅਸੀਂ ਇਹ ਕਹਿ ਸਕਦੇ ਹਾਂ ਕਿ RU is equal to RUS होएगा। Why? Reason क्योंकि perpendicular bisect हमेशा chord ਨੂੰ bisect करता है perpendicularly, right? So RU is equal to US ਅਸੀਂ ਲਿਖ ਸਕਦੇ ਹਾਂ। Similarly in the case with this chord, when you draw a perpendicular bisector over this line PQ, तो VQ होएगा become a midpoint of PQ, right? So you can say PV and VQ will be equal। तो ऐसे ये प्रूफ कर देता कि U और V ਇਹਦੇ ਕੀ ਹੋਣਗੇ, ਮਿਡ ਪੁਆਇੰਟ ਹੋਣਗੇ, ਰਾਈਟ? ਜਿਹਨਾਂ ਬੱਚਿਆਂ ਨੇ ਨਹੀਂ ਥਿਊਰਮ ਨੂੰ ਪੜਿਆ ਉਹਨੂੰ ਧਿਆਨ ਨਾਲ ਪੜਨ, ਕਿਉਂਕਿ ਜਦੋਂ ਵੀ ਅਸੀਂ ਸੈਂਟਰ ਤੋਂ ਇੱਕ ਲਾਈਨ ਪਰਪੈਂਡੀਕੂਲਰ ਡਰਾ ਕਰਦੇ ਹਾਂ ਤਾਂ ਉਹ ਹਮੇਸ਼ਾ ਕੋਡ ਨੂੰ ਕੀ ਕਰਦਾ, ਬਾਈਸੈਕਟ ਕਰਦਾ ਈਜ਼ੀ ਲੈਂਗੁਏਜ ਦੇ ਵਿੱਚ, ਰਾਈਟ? तो अगर ਅਸੀਂ ਇਹ ਚੀਜ਼ ਦੋ ਟ੍ਰਾਇੰਗਲ ਦੇਖੀਏ, ਦੋਨੋਂ ਟ੍ਰਾਇੰਗਲ ਵੀ ਆਪਸ ਵਿੱਚ ਕੌਂਗਰੈਂਟ ਨੇ। ਵਾਈ? ਇੱਥੇ RHS ਲੱਗੇਗਾ, ਰੂਲ ਆਫ ਕੌਂਗਰੈਂਸੀ ਰੂਲ RHS, ਓਕੇ? ਸੋ OT become a hypotenuse in this case, right? ਸੋ ਇੱਕ ਹੋਰ ਤੁਸੀਂ ਥਿਊਰਮ ਪੜ੍ਹੀ ਹੋਈ ਹੈ ਕਿ ਅਗਰ ਕੋਡ ਦੋ ਇਕੁਅਲਸ ਨੇ, ਅਗਰ ਦੋ ਕੋਡਸ ਇਕੁਅਲ ਨੇ तो ਉਹਨਾਂ ਦਾ डिस्टेंस फ्रॉम द सेंटर इक्वल होएगा। इट मीन ਸਾਡੇ ਕੋਲ ਆ ਸਾਈਡ ਇਹਦੇ ਇਕੁਅਲ ਹੋਏਗੀ, ਰਾਈਟ? तो एक साइड भी ਸਾਡੇ ਕੋਲ ਇਕੁਅਲ ਹੋਗੀ, ਰਾਈਟ ਐਂਗਲ ਤੇ ਹੈਗਾ ਹੀ ਹੈਗਾ ਸਾਡੇ ਕੋਲ, ਔਰ ਹਾਈਪੋਟੇਨਿਊਸ ਤੁਸੀਂ ਕਿਹਾ ਵਾ ਕਿ ਦੋਨੋਂ ਦਾ ਕਾਮਨ ਹੈ, ਦੋਨੋਂ ਟ੍ਰਾਇੰਗਲ ਦਾ ਹਾਈਪੋਟੇਨਿਊਸ ਕਾਮਨ ਹੈ, ਰਾਈਟ ਐਂਗਲ ਵੀ ਆ ਗਿਆ, तो एक साइड भी इक्वल होगी। सो व्हिच गिव अस both of these triangles are congruent, okay? अगर ਇਹ congruent ਨੇ तो ਇਹਨਾਂ ਦੇ corresponding part by CPCT ਸਾਡੇ ਕੋਲ ਇਹ ਦੋਨੋਂ ਸਾਈਡਾਂ ਜਿਹੜੀ ਹੈ V ਔਰ T ਇਸ ਟ੍ਰਾਇੰਗਲ ਦੀ, okay, ਔਰ ਇਸ ਟ੍ਰਾਇੰਗਲ ਦੀ ਸਾਈਡ UT must be equal। ਸੋ ਇਹ ਦੋਨੋਂ ਇਕੁਅਲ ਹੋਣਗੇ, ਕੋਈ ਪ੍ਰੋਬਲਮ ਹੀ ਨਹੀਂ ਹੈ, ਠੀਕ ਹੈ? ਸੋ ਅੱਗੇ ਅਸੀਂ ਫਰਦਰ ਮੂਵ ਕਰਦੇ ਹਾਂ। ਇਹ ਕੁਐਸਚਨ ਨੂੰ ਪ੍ਰੂਵ ਕਿਵੇਂ ਕਰਨਾ, ਆਪਾਂ ਸੈਗਮੈਂਟ ਨੂੰ ਪ੍ਰੂਵ ਕਿਵੇਂ ਕਰਨਾ। we have in a given condition PQ is equal to RS, ਦੋਨੋਂ ਕੋਡਸ ਇਕੁਅਲ ਨੇ, ਦੋਨੋਂ ਕੋਡਸ ਇਕੁਅਲ ਨੇ, ਕੰਡੀਸ਼ਨ ਲਿਖ ਦਿੱਤੀ, ਦੋਨੋਂ ਕੋਡਸ ਨੂੰ ਹਾਫ ਕਰ ਦਿਓ, ਰਾਈਟ? ਇਹਨਾਂ ਨੂੰ ਹਾਫ ਕਰਤਾ, ਜਦੋਂ ਮੈਂ ਹਾਫ ਕਰਾਂਗਾ ਤੇ ਹਾਫ ਤੁਹਾਨੂੰ ਪਤਾ ਹੀ ਹੈ RU RS ਦਾ ਹਾਫ ਹੈ,
तो ਇਹਦੀ जगह मैं लिखता आर यू और पी क्यू का हाफ की है, पी क्यू का हाफ है पी वी, सो मैं लिखता पी वी लिखता राइट। अगर पीवी ਦੇ ਵਿੱਚ ਇਕੁਅਲ ਪਾਰਟਸ ਨੂੰ ਐਡ ਕੀਤਾ ਜਾਵੇ, ਹੁਣ ਦੇਖੋ ਪੀਵੀ ਦੇ ਵਿੱਚ ਮੈਂ ਇਹ ਵੀਟੀ ਐਡ ਕਰ ਰਿਹਾ ਰਾਈਟ ਔਰ ਇਹਦੇ ਇਕੁਅਲ ਹੈ ਵਾ, ਦੋਨਾਂ ਦੇ ਵਿੱਚ ਮੈਂ ਇੱਧਰ ਇੱਕ ਸਾਈਡ ਦੇ ਉੱਤੇ ਵੀਟੀ ਐਡ ਕਰ ਰਿਹਾ, ਦੂਸਰੀ ਸਾਈਡ ਤੇ यूटी ऐड कर रहे हैं राइट। तो पीवी दे विच मैं ऐड करता वीटी एंड आरयू दे विच मैं ऐड करता यूटी, यूटी आरयू दे विच आपां ऐड कर दिंदे आ यूटी। देखो हुण बच्चे ए इक्वेशन दे विच कोई भी गड़बड़ नहीं होएगी बिकॉज आई हैव एडेड द इक्वल पार्ट्स इन अ इक्वल ओके, ए इक्वल सी तो इन्हां विच इक्वल चीज़ां ही मैं ऐड कीतियां, सो इक्वेशन विच कोई भी इनइक्वालिटी नहीं आएगी। सो अगर पीवी ਨੂੰ मैं VT ਦੇ ਨਾਲ ऐड कर रहा तो दैट बिकम VPT, ठीक है। अगर ਇਹਦੇ ਵਿੱਚ मैं ਇਹ ਚੀਜ਼ ऐड कर रहा ਇੰਨੀ तो ਇਹ ਕੀ ਪੂਰੀ ਟੋਟਲ ਕੀ ਹੋਏਗੀ PT। सिमिलरली इफ आई एडिंग U ਦੇ ਵਿੱਚ RU ਦੇ ਵਿੱਚ अगर मैं ਇਹ ਪਾਰਟ ऐड कर रहा तो दैट बिकम RT, okay। so this equation gives PT is equal to RT, right। so ਇਹ ਚੀਜ਼ मेरे को इक्वेशन ए बन गई। उस तो बाद ओके, अगर मैं इक्वल पार्ट्स लेके जावा पी क्यू दे विचों ए इक्वेशन मैं लवा पी क्यू दे विचों मैं ए पी टी माइनस कर रहा राइट। पी क्यू मेरे को गिवन सी, पी क्यू किदे इक्वल सी आर एस दे इक्वल सी ओके। पी क्यू दे विचों मैं पी टी माइनस कर दिता, उधरों आर एस दे विचों मैं आर टी माइनस कर दिता, ठीक है। सो पी क्यू दे विचों पी टी माइनस करांगे तो की बनेगा, पी क्यू दे विचों पी टी माइनस करांगे तो मेरे को बचेगा टी क्यू राइट, मेरे को बचेगा टी क्यू। और अगर मैं आर एस दे विचों आर टी माइनस कर दांगा तो मेरे को की बचेगा टी एस। सो दिस इक्वेशन गिव्स आर प्रूफ, की प्रूफ सी साडा कि corresponding part of the both of the codes must be equal। so this equation shows कि TQ किदे इक्वल आ corresponding TQ ਦਾ corresponding part ਕੀ ਆ ਗਿਆ TS है ना। ਇਹ ਜਿਹੜੀ ਕੋਡ ਸੀ ਸਾਡੇ ਕੋਲ ਇਹਦਾ corresponding part ਇਹ ਵਾ, so ਦੋਨੋਂ ਇਕੁਅਲ ਆ ਗਏ ਰਾਈਟ। so ਇਹ ਕੁਐਸਚਨ ਇੰਨਾ ਹੀ ਹੈ। so these questions are very important, such kind of questions are very important okay। सो ਇਹ ਚੀਜ਼ ਨੂੰ ਇੱਕ ਦੋ ਵਾਰੀ ਪ੍ਰੈਕਟਿਸ ਕਰਨਾ, ਇੱਕ ਵਾਰੀ ਵੇਖ ਕੇ ਛੱਡ ਨਹੀਂ ਦੇਣਾ, तो दो चार बारी करोगे फिर क्वेश्चन ਤੁਹਾਡੇ ਦਿਮਾਗ ਵਿੱਚ बैठेगा। सो नेक्स्ट क्वेश्चन करते हैं, क्वेश्चन नंबर 3 देखो ਕਿਹੜਾ। सो क्वेश्चन नंबर 3 ਦੀ स्टेटमेंट ਬੱਚੇ पढ़ो ਕੀ कह रहा है। इफ द टू कोर्स ऑफ ए सर्कल इंटरसेक्ट विद इन द सर्कल ओके, तो डायग्राम मैं सेम ही रखी है एज पर द प्रीवियस क्वेश्चन। वी हैव अ टू कोर्स, तो दोनों का पॉइंट ऑफ इंटरसेक्शन की आ रहा है टी आ रहा है। सो व्हाट नीड टू प्रूव इज prove that the line joining the point of intersection to the center makes an equal angle with the chords। तो chords ਦੇ ਨਾਲ ਜਿਹੜਾ ਐਂਗਲ ਬਣਦਾ ਪਿਆ ਦੋਨੋਂ chords ਦੇ ਐਂਗਲ ਕੀ ਹੈ ਇਕੁਅਲ ਹੋਏਗਾ, तो that will be prove ਕਰਨਾ ਜੋ ਅਸੀਂ we need to prove ਕਿ ਆ ਜਿਹੜੇ ਦੋ ਐਂਗਲ ਦੇਖਦੇ ਹੋ ਤੁਸੀਂ ਐਂਗਲ UTO and other angle is VTO ਇਹ ਦੋਨੋਂ ਇਕੁਅਲ ਨੇ। नहीं कोई नहीं आ सो बहुत ही ईजी है कि ਇਹ ਜੋ ਲਾਈਨਿੰਗ ਜੁਆਇਨਿੰਗ ਆ ਫਰੋਮ ਦ ਸੈਂਟਰ ਟੂ ਦ ਕੋਰ ਦ ਪੁਆਇੰਟ ਆਫ ਇੰਟਰਸੈਕਸ਼ਨ। ਸੋ ਇਹ ਦੋ ਐਂਗਲ ਅਸੀਂ ਪ੍ਰੂਵ ਕਰਨੇ ਆ ਇਕੁਅਲ ਨੇ। तो ਬੱਚੇ ਇਹਦੇ ਵਿੱਚ ਕੋਈ ਔਖਾ ਕੰਮ ਹੈਗਾ, ਕੋਈ ਔਖਾ ਕੰਮ ਨਹੀਂ ਹੈਗਾ। ਐਜ਼ ਪਰ ਦ ਪ੍ਰੀਵੀਅਸ ਕੁਐਸਚਨ ਕਿ ਅਸੀਂ ਪ੍ਰੂਵ ਕੀਤਾ ਸੀ ਕਿ ਇਹ ਦੋਨੋਂ ਟ੍ਰਾਇੰਗਲ ਕੌਂਗਰੈਂਟ ਨੇ, ਦੋਨੋਂ ਟ੍ਰਾਇੰਗਲ ਕੀ ਨੇ ਕੌਂਗਰੈਂਟ ਨੇ। तो दोनों ट्रायंगल अगर कॉन्ग्रेंट ने तो उन्होंने कोरस्पोंडिंग पार्ट भी की होंगे इक्वल। सो ए एंगल का कोरस्पोंडिंग पार्ट ए कोरस्पोंडिंग एंगल केड़ा होगा ए इक्वल होएगा। तो रीजन तुसीं की दोगे, प्रूफ कुछ नहीं करना, तुसीं प्रूफ नु जस्ट लिखोगे। यू हैव अ प्रूफ आर अवेलेबल इजीली ऑन यू नो some apps। so you must focus to how to prove by a rule of congruency, how to prove this both of the triangle are congruent। so simple is this that you need to apply to two theorems। first theorem ਕੀ ਕਹਿੰਦੀ ਸੀ ਕਿ ਅਗਰ ਤੁਸੀਂ O ਤੋਂ perpendicular draw ਕਰੋਗੇ ਕਿਸੇ ਕੋਡ ਦੇ ਉੱਤੇ तो bisect करेगा, ਉਹ bisect करेगा कोड ਨੂੰ। so ਇਹ ਪੁਆਇੰਟ U ਔਰ ਇਹ ਪੁਆਇੰਟ ਆ ਗਿਆ B, ਤੁਹਾਡੇ ਕੋਲ ਸੈਂਟਰ ਪੁਆਇੰਟ ਆਏਗਾ। ਵੈਸੇ ਇਹਦੇ ਵਿੱਚ ਇਸ ਚੀਜ਼ ਦੀ ਲੋੜ ਨਹੀਂ ਪਏਗੀ, ਤੁਸੀਂ ਤੇ ਸਿੱਧਾ ਅਪਲਾਈ ਕਰੋ
कि ਇਹ ਡਿਸਟੈਂਸ ਇਹਦੇ ਤੋਂ ਕਿਉਂ ਇਕੁਅਲ ਹੈ, ਇਹ ਸਾਈਡ ਇਹ ਤੋਂ ਕਿਉਂ ਇਕੁਅਲ ਹੈ, ਕਿਉਂਕਿ ਜਦੋਂ ਵੀ ਅਸੀਂ ਕੋਈ ਪਰਪੈਂਡੀਕੂਲਰ ਡਰਾ ਕਰਦੇ ਹਾਂ ਸੋ ਸੈਂਟਰ ਤੋਂ ਦੂਰੀ ਇਕੁਅਲ ਕੋਰਸ ਦੀ, ਸੈਂਟਰ ਤੋਂ ਦੂਰੀ, ਸੈਂਟਰ ਤੋਂ ਡਿਸਟੈਂਸ ਇਕੁਅਲ ਕੋਰਸ ਦਾ ਹਮੇਸ਼ਾ ਕੀ ਹੁੰਦਾ, ਇਕੁਅਲ ਹੁੰਦਾ। ਸੋ ਇਹ ਡਿਸਟੈਂਸ ਆਪਸ ਦੇ ਵਿੱਚ ਇਕੁਅਲ ਹੋਣਾ ਹੀ ਹੋਣਾ। ਉਸ ਤੋਂ ਬਾਅਦ ਦਿਸ ਇਜ਼ ਅ ਕਾਮਨ and also is a hypotenuse for the both of the triangle, right angle triangle। so ठीक है, so ਇਹ ਚੀਜ਼ ਆ ਗਿਆ, ਇੱਕ right angle triangle ਤੇ ਹੈਗਾ ਹੀ ਹੈ। so RHS ਦੇ ਨਾਲ, RH rule ਦੇ ਨਾਲ you can easily prove that both of the triangles are congruent। if the triangles are congruent, the corresponding part are also equal। so T जो UTO angle है वो OVOT V ਜਾਂ ਕਹ ਲਓ ਕਿ VTO ਦੇ ਇਕੁਅਲ ਹੈ। ਸੋ ਇਹ ਦੋ ਐਂਗਲਸ ਜਿਹੜੇ ਨੇ ਆਪਸ ਦੇ ਵਿੱਚ ਇਕੁਅਲ ਨੇ। ਸੋ ਇਹ ਕੁਐਸਚਨ ਨੰਬਰ 3 ਹੈ, ਰਾਈਟ। ਨੈਕਸਟ ਕੁਐਸਚਨ ਨੰਬਰ 4 ਦੇਖਦੇ ਹਾਂ। ਯੈਸ, now read the question number 4, exercise 10.4। if the line intersects the two concentric circle, yes, what is concentric circle? A circle more than one circle with same center, ਜਿਹਨਾਂ ਦਾ ਇੱਕੋ center ਹੋਵੇ। see the figure। so center, if we have a center O and two a circle, concentric circle, one line AD is intersecting both of the circles at the different points, say A, B, C, D, right? so we need to prove this AB, this portion is equal to this portion CD, okay? AB is equal to CD, so simple, okay? so by mathematics, by the theorem, you can say this point M is midpoint if and only if this is perpendicular, okay? अगर मैं O तो एक perpendicular ड्रॉ किया on the chord AD ਦੇ ਉੱਪਰ मैं देखो chord AD is a chord for the bigger circle and BC is a chord for the smaller circle, okay? when you draw a line through O to the chord at M, so M will be the midpoint for both of this chord, both of the circle, M is a midpoint। देखो अगर मैं इतने लिखा BM is equal to MC, तो कोई गलत होएगा, कुछ भी गलत नहीं होएगा। Why? Because it is a chord and we have applied the theorem कि M is a midpoint for this BC, okay? for in the case of the bigger circle, we have a same concept that कि अगर तुसी इथों परपेंडिकुलर ड्रॉ करोगे तो AM must be equal to MD। ਅਸੀਂ ਲਿਖ ਸਕਦੇ ਹਾਂ AM is equal to MD, no doubt, right? so I will going to subtract a first equation from the second equation, which give us AM minus BM or MD minus MC, okay? ਹੁਣ ਦੇਖੋ ਬੱਚੇ AM ਦੇ ਵਿੱਚੋਂ BM ਮਾਈਨਸ ਕਰ ਦੋਗੇ, AM ਦੇ ਵਿੱਚੋਂ BM ਮਾਈਨਸ ਕਰ ਦੋਗੇ, you have AB left, okay? AB portion left, and similarly when you subtract MC from MD, you will get CD, right? so simply prove, okay, how the interesting this equation is, very interesting। so see the next question number 5। ਹਾਂਜੀ ਸਟੂਡੈਂਟਸ, ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ, ਸਟੇਟਮੈਂਟ ਤੁਹਾਡੇ ਬੁੱਕ ਵਿੱਚ ਹੀ ਹੈ, ਕੁਐਸਚਨ ਨੰਬਰ 5 ਹੈ ਆਈ ਥਿੰਕ। ਸੋ ਇਹਦੇ ਵਿੱਚ ਤਿੰਨ ਫਰੈਂਡਸ ਨੇ, ਲੜਕੀਆਂ ਨੇ, ਰਸ਼ਮਾ, ਸਲਮਾ ਐਂਡ ਮਨਦੀਪ, ਓਕੇ? ਸੋ ਇੱਕ ਸਰਕਲ ਦੀ ਬਾਉਂਡਰੀ ਦੇ ਉੱਤੇ ਖੜੀਆਂ ਨੇ। ਉਹ ਕਿਸ ਤਰੀਕੇ ਦੇ ਨਾਲ ਦੇਖੋ, ਉਹ ਸੈਂਟਰ ਲੈ ਲਿਆ ਇੱਕ ਸਰਕਲ ਦਾ। ਸਟੇਟਮੈਂਟ ਨੂੰ ਸਮਝਣਾ, ਆਪਣੇ ਆਪ ਕੁਐਸਚਨ ਹੋਏਗਾ। ਦੇਖੋ ਇੱਥੇ ਰਸ਼ਮਾ ਖੜੀ ਹੈ R ਤੋਂ, ਔਰ ਇੱਥੇ ਸਲਮਾ S ਤੋਂ, ਔਰ ਇੱਥੇ ਕਿਤੇ ਮਨਦੀਪ ਖੜੀ ਹੈ at M, ਬਾਉਂਡਰੀ at M। ਸੋ ਇਹਨਾਂ ਦੀ ਕੰਡੀਸ਼ਨ ਕੀ ਦਿੱਤੀ ਹੈ ਕਿ ਜਿਹੜੀ ਰਸ਼ਮਾ ਹੈ R S ਤੋਂ 6 ਮੀਟਰ ਦੀ ਦੂਰੀ ਤੇ ਹੈ, ਔਰ ਸਲਮਾ ਮਨਦੀਪ ਤੋਂ 6 ਮੀਟਰ ਦੀ ਦੂਰੀ ਹੈ। ਤਾਂ ਦੋ ਇਕੁਅਲ ਡਿਸਟੈਂਸ ਹੈ ਰਸ਼ਮਾ ਔਰ ਸਲਮਾ ਤੋਂ, ਸਲਮਾ ਤੇ ਮਨਦੀਪ ਦਾ। ਸੋ ਅਸੀਂ ਇਹ ਦੱਸਣਾ ਹੈ ਕਿ ਰਸ਼ਮਾ ਐਕਚੁਅਲ ਦੇ ਵਿੱਚ ਮਨਦੀਪ ਤੋਂ ਕਿੰਨੀ ਦੂਰ ਖੜੀ ਹੈ। ਅਸੀਂ RM ਫਾਈਂਡ ਕਰਨਾ ਹੈ, ਰਾਈਟ? ਅਸੀਂ RM ਦੀ ਵੈਲਿਊ ਫਾਈਂਡ ਕਰਨੀ ਹੈ। ਸੋ ਬਹੁਤ ਹੀ ਈਜ਼ੀ ਹੈ, ਥੋੜਾ ਜਿਹਾ ਇਹਨੂੰ ਸੋਚ ਕੇ ਕਰੋਗੇ ਵਧੀਆ ਰਹੇਗਾ ਤੁਹਾਡਾ। ਕਲੀਅਰ? ਸੋ C ਬੀਇੰਗ ਦਾ ਮੈਂ ਲੈ ਲੈਂਦਾ ਕਿ ਪੁਆਇੰਟ ਹੈ ਜਿੱਥੇ ਇੰਟਰਸੈਕਟ ਹੋ ਰਹੀ ਹੈ OS ਔਰ RM, ਜਿੱਥੇ ਇੰਟਰਸੈਕਟ ਹੋ ਰਹੀ ਹੈ ਉਹ ਪੁਆਇੰਟ C ਹੈ, ਰਾਈਟ? ਇਹਨੂੰ ਸਿੱਧਾ ਹੀ ਤੁਸੀਂ
ਬੱਚੇ ਇਹਨੂੰ ਐਸਦਾ ਹੈ, ਤੁਸੀਂ ਇਹਨੂੰ ਪਰਪੈਂਡੀਕੂਲਰ ਨਹੀਂ ਕਹਿ ਸਕਦੇ, ਇਹਨੂੰ ਮਿਡ ਪੁਆਇੰਟ ਨਹੀਂ ਕਹਿ ਸਕਦੇ ਸੀ ਨੂੰ। ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਨੀਚੇ ਕੋਈ ਕੋਡ ਨਹੀਂ ਗਈ ਹਲੇ, ਠੀਕ ਹੈ ਨਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਡ ਦੇ ਉੱਤੇ ਪਰਪੈਂਡੀਕੂਲਰ ਹੈ। ਤੋ ਇਹ ਚੀਜ਼ ਨੂੰ ਅਸੀਂ ਪ੍ਰੂਵ ਕਰਨਾ, ਸਿੱਧਾ ਨਹੀਂ ਕਹਿਣਾ, ਰਾਈਟ। ਸੋ ਸਭ ਤੋਂ ਪਹਿਲੇ ਦੇਖਦੇ ਹਾਂ ਆਪਾਂ, ਮੈਂ ਇੱਕ ਕੰਸਟਰਕਸ਼ਨ ਕਰ ਰਿਹਾ ਆਪਣੇ ਕੋਲ, ਇੱਕ ਡਾਟਿੰਗ ਲਾਈਨ ਮੈਂ ਡਰਾ ਕੀਤੀ, ਇੱਥੇ ਇੱਥੇ ਇੰਟਰਸੈਕਟ ਕੀਤੀ, ਇੱਥੇ ਮੈਂ ਬੋਲਤਾ ਇਹਨੂੰ A, ਇੱਧਰ ਮੈਂ ਕੀਤੀ, ਇੱਥੇ ਮੈਂ ਬੋਲਤਾ ਇਹਨੂੰ B, ਰਾਈਟ। ਸੋ ਧਿਆਨ ਨਾਲ ਦੇਖੋ, ਸਾਡੇ ਕੋਲ RS ਦਾ ਡਿਸਟੈਂਸ ਕਿੰਨਾ ਦਿੱਤਾ 6 ਸੈਂਟੀਮੀਟਰ, ਉਧਰੋਂ SM ਦਾ ਡਿਸਟੈਂਸ ਮੇਰੇ ਕੋਲ 6 ਸੈਂਟੀਮੀਟਰ ਦਿੱਤਾ। तो अगर मैं यह कंस्ट्रक्शन की है एज ए परपेंडिकुलर टू दिस RS, OA परपेंडिकुलर टू RS है, तो डेफिनेटली RA की वैल्यू कितनी हो जाएगी बच्चे? RA की वैल्यू हो जाएगी 3, राइट। RA की वैल्यू कितनी हो जाएगी 3 सेंटीमीटर, 3 मीटर हो जाएगी। तो OA की वैल्यू कितनी होएगी? OA की वैल्यू ਅਸੀਂ कैलकुलेट कर सकते हैं बाय पाइथागोरस। अगर ਤੁਸੀਂ ਇਹਨੂੰ ਰਾਈਟ ਐਂਗਲ ਟ੍ਰਾਇੰਗਲ ਲੈ ਕੇ ਚੱਲਦੇ ਹੋ OAR ਨੂੰ ਅਗਰ ਤੁਸੀਂ ਲੈ ਕੇ ਚੱਲਦੇ ਹੋ right angle triangle, then you have a formula। किस तरीके ना करोगे? ਤੁਹਾਡੇ ਕੋਲ RO ਦਾ ਸਕੁਅਰ ਇਹਦੇ ਇਕੁਅਲ ਹੋਏਗਾ RA ਦਾ ਸਕੁਅਰ प्लस OA ਦਾ ਸਕੁਅਰ, राइट। ਇਹ ਚੀਜ਼ ਤੁਹਾਡੇ ਕੋਲ ਬਣਨੀ ਹੈ। तो RO ਦੀ ਵੈਲਿਊ you all know because it is a given that the radius is 5 cm। ਜਿਹੜਾ ਸਰਕਲ ਦੇ ਵਿੱਚ ਉਹ ਖੜੇ ਨਾ, ਉਹ radius 5 cm ਹੈ। this condition is given। ओके, सो डिस्टेंस किया है 5, तो डेफिनेटली अभी क्या होएगा 5 होएगा, 5 मीटर होएगा। सो इतने 5 द स्क्वायर करता, उधरों RA की वैल्यू कितनी है बच्चे? RA की वैल्यू 3 होएगी, वो तो हमने दस्या क्यों होएगी, और OA की वैल्यू ਅਸੀਂ निकाल लेंगे। ओके, ऐसे आ गया 25, इधर आ गया 9 इक्वल टू OA स्क्वायर। सो OA की वैल्यू डेफिनेटली कितनी आ जाएगी 16 आएगी, राइट। अंडर ऑफ 16 ਦਾ ਆਪਾਂ ਕਰਾਂਗੇ ਤੇ ਸਾਡਾ ਕੋਈ ਬਣੇਗਾ 4। ਸੋ OA ਦੀ ਵੈਲਿਊ ਕਿੰਨੀ ਆ ਗਈ ਬੱਚੇ? 4 ਆ ਗਈ, OA ਦੀ ਵੈਲਿਊ 4। ਸੋ ਡੈਫੀਨਿਟਲੀ ਹੈ OB ਦੀ ਵੈਲਿਊ ਵੀ ਇਸੇ ਤਰੀਕੇ ਨਾਲ ਤੁਸੀਂ 4 ਨਿਕਾਲ ਸਕਦੇ ਹੋ, ਠੀਕ ਹੈ। ਸੋ ਇੱਕ ਹੀ ਰਾਈਟ ਐਂਗਲ ਟ੍ਰਾਇੰਗਲ ਨੂੰ ਤੁਸੀਂ ਯੂਜ਼ ਕਰਕੇ ਤੁਸੀਂ ਵੈਲਿਊ ਨਿਕਾਲ ਸਕਦੇ ਹੋ। OA ਦੀ ਵੈਲਿਊ ਤੁਹਾਡੇ ਕਿੰਨੀ ਆ ਗਈ? 4 ਆ ਗਈ। ਉਸ ਤੋਂ ਬਾਅਦ ਬੱਚੇ ਇਹ ਜਿਹੜੀ ਫਿਗਰ ਹੈ ਧਿਆਨ ਦੇਖੋ, ORSM, ਇਹ ਜਿਹੜੀ ਫਿਗਰ ਹੈ ਤੁਹਾਡੇ ਕੋਲ ORSM, एक्चुअली ਕਿਹੜਾ ਕੁਆਡਰੀਲੇਟਰਲ ਤੁਹਾਡੇ ਕੋਲ ਬਣਦਾ ਪਿਆ? ਐਕਚੁਅਲੀ ਇਹ ਕਾਈਟ ਹੈ, ਠੀਕ ਹੈ ਨਾ। ਸੋ ਕਾਈਟ ਦੀ ਕੰਡੀਸ਼ਨ ਕੀ ਹੁੰਦੀ ਹੈ ਕਿ ਤੁਹਾਡੇ ਕੋਲ ਕਾਈਟ ਇਸ ਤਰ੍ਹਾਂ ਬਣਦੀ ਹੈ ਨਾ, ਉਹਦੀਆਂ ਐਡਜਸਟੈਂਟ ਸਾਈਡਸ ਕੀ ਹੁੰਦੀਆਂ ਨੇ? ਆਪਸ ਵਿੱਚ ਇਕੁਅਲ ਹੁੰਦੀਆਂ ਨੇ। ਇਹ ਸਾਈਡ ਦੀ ਇਕੁਅਲ ਹੁੰਦੀ ਹੈ ਔਰ ਇਹ ਸਾਈਡ ਇਹਦੀ ਇਕੁਅਲ ਹੁੰਦੀ ਹੈ, ਠੀਕ ਹੈ। ਸੋ ਤੁਹਾਨੂੰ ਪਤਾ ਹੀ ਹੈ ਇਹਦਾ ਕੋ 6 ਹੈ ਤੇ ਇਹ ਵੀ 6 ਹੈ, ਔਰ ਇਹ 5 ਹੈ ਤੇ ਇਹ ਵੀ 5 ਹੈ। तो ਇਹ ਕੁਆਡਰੀਲੇਟਰ ਤੁਹਾਡੇ ਕੋਲ ਇੱਕ ਕਾਈਟ ਸ਼ੇਪ ਬਣਦਾ ਪਿਆ, ਔਰ ਕਾਈਟ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਜਿਹੜੇ ਡਾਇਗਨਲਸ ਹੁੰਦੇ ਨੇ, ਦੇਖੋ ਇਹ ਡਾਇਗਨਲ OS ਹੈ और इधरों डायगोनल RM है, ये दोनों आपस दे विच परपेंडिकुलर बाइसेक्ट करदे ने, ठीक है ना। परपेंडिकुलरली आपस दे विच 90 डिग्री दा एंगल बनाते हैं, एक्चुअली दे विच 90 डिग्री दा एंगल आपस दे विच बनाते हैं। सो दिस इज अ राइट एंगल साडे कोल होएगा, ठीक है। हुण उस तो बाद अगर तुसी पिक करना चाहते हो लाइक ओके, ਹੁਣ ਅਸੀਂ ਵੈਲਿਊ ਨਿਕਾਲਣਾ ਚਾਹੁੰਦੇ ਹਾਂ ਐਕਚੁਅਲੀ ਦੇ ਵਿੱਚ। ਅਗਰ ਤੁਸੀਂ C ਨੂੰ ਅਗਰ ਕਹੋਗੇ ਕਿ ਹੁਣ ਦੇਖੋ ਉਹੀ ਥਿਊਰਮ ਦੀ ਆਪਾਂ ਗੱਲ ਕਰਾਂਗੇ। ਅਗਰ ਤੁਸੀਂ ਇਹਨੂੰ ਕਹਿਤਾ 90 ਡਿਗਰੀ, ਅਗਰ ਤੁਸੀਂ ਇਹਨੂੰ 90 ਡਿਗਰੀ ਕਹਿਤਾ ਤਾਂ C ਡੈਫੀਨਿਟਲੀ ਬਿਕਮ ਅ ਮਿਡ ਪੁਆਇੰਟ। ਕਿਉਂ ਮਿਡ ਪੁਆਇੰਟ ਬਣੇਗਾ RM ਦਾ? ਕਿਉਂਕਿ ਤੁਸੀਂ ਸਰਕਲ ਦੇ ਸੈਂਟਰ ਤੋਂ ਇੱਥੇ ਪਰਪੈਂਡੀਕੂਲਰ ਡਰਾ ਕੀਤਾ, ਤਾਂ ਡੈਫੀਨਿਟਲੀ C ਨੂੰ ਮਿਡ ਪੁਆਇੰਟ ਹੋਣਾ ਹੀ ਪਏਗਾ, ठीक है। तो अगर मैं RC की वैल्यू फाइंड कर ला किसी तरीके ना, RC की वैल्यू फाइंड कर ला, तो डेफिनेटली आई विल मल्टीप्लाई विद दैट वैल्यू टू गेट RM, राइट। क्योंकि RM बनया किवें है? RM बनया डबल ऑफ RC, डबल ऑफ RC, राइट। सो मैं RC की वैल्यू को फोकस करांगा, किवें निकाल सकदा हां। सो अगर मैं राइट एंगल सॉरी टैन ट्रायंगल कंसीडर करा ORS ट्रायंगल कंसीडर करा, तो ਇਹਦਾ ਏਰੀਆ ਦਾ ਫਾਰਮੂਲਾ ਕੀ ਹੋਏਗਾ? ठीक है, area of, you all know the triangle, the area of triangle, when you multiply 1/2 multiply one of the height with side, है ना, with base। तो ਇਹਦਾ perpendicular एक्चुअली ਦੇ ਵਿੱਚ ਇਹਦਾ perpendicular height ਕਿਹੜੀ ਹੋਏਗੀ? OA ਦੀ height ਹੈ। ਇਸ triangle ਦੀ height ਕੀ ਹੈ? OA। तो OA ਦੀ height ਆ ਗਈ, ਇਹਦਾ base ਕੀ ਹੈ? ਮੇਰੇ ਕੋ RS, ਦੋਨਾਂ ਦੀ ਵੈਲਿਊ ਮੇਰੇ ਕੋ ਹੈਗੀ ਹੈ, ठीक है। और एरिया तो ऑलवेज इक्वल ही रहेगा, तुसी जेड़ा मर्जी कंडीशन लगा लो। सो
दूसरी कंडीशन ਦੇ ਵਿੱਚ ਇਹ ਵੀ ਤੁਹਾਡੇ ਕੋਲ ਇੱਕ ਕੀ ਬਣਦਾ ਪਿਆ ਬੇਸ ਬਣਦਾ ਪਿਆ ਔਰ ਇਹਨੂੰ ਹਾਈਟ ਲੈ ਸਕਦਾ ਕਿਉਂਕਿ this RC is also a perpendicular to this side OS ਜਾਂ SO right RC ਵੀ ਤੁਹਾਡੇ ਕੋਲ ਕੀ ਬਣਦੀ ਪਈ ਹੈ ਹਾਈਟ ਬਣਦੀ ਪਈ ਹੈ ट्रायंगल ਦੀ अगर ਇਹ ਬੇਸ ਹੈ ਤੇ right so it means ਏਰੀਆ ਤੇ ਕਦੀ ਚੇਂਜ ਨਹੀਂ ਹੋਣਾ ਤਾਂ ਮੈਂ ਲਿਖ ਸਕਦਾ 1/2 ਮਲਟੀਪਲਾਈ ਬਾय RC multiply by OS as base OS as base so 1/2 on the both side cancel out you have OA ਦੀ ਵੈਲਿਊ ਤੁਹਾਡੇ ਕੋਲ ਹੈਗੀ ਹੈ ਤੁਸੀਂ ਨਿਕਾਲੀ ਹੈ 4 OA ਦੀ ਵੈਲਿਊ put the value here 4 multiply by RS ਦੀ value you have given this because the distance between both of the Arashma and Salma is 6 centimeter 6 meter so you write 6 in the place of RS now you have RC is unknown value तो RC ਨੂੰ ਮੈਂ ਉਸੇ ਤਰ੍ਹਾਂ ਲਿਖ ਰਿਹਾ and OS what is OS is what from center to the circumference it is a radius so radius is given it is 5 right so 4 6 is 24 5 ਨੂੰ ਤਾਂ ਲੈ ਆਓ -5 ਹੋ ਗਿਆ ਇੱਧਰ ਬਣ ਗਿਆ RC 24 ਦੇ ਵਿੱਚੋਂ 5 ਮਾਈਨਸ ਕਰ ਦੋਗੇ ਤੇ ਤੁਹਾਡੇ ਕੋਲ ਬਣੇਗਾ ਸ਼ਾਇਦ ਕਿਤੇ ਗਲਤੀ ਕਰ ਲਈ ਆਪਾਂ ਲੈਟਸ little break सॉरी इधर मल्टीप्लाई है इधर आगे डिवाइड होना है सॉरी गलती करती बच्चे देखो सो दैट्स बिकम RC 5 ਨੂੰ ਤੇ ਲਾਓਗੇ बनेगा 5 ਦੇ डिवाइड हो जाएगा तो 5 ਨੂੰ ਤੁਸੀਂ ਇਹਨਾਂ डिवाइड करोगे तो आएगा 4.8 समथिंग आएगा RC की वैल्यू ठीक है सो RC की वैल्यू अगर 4.8 है इट मींस है 4.8 है 4.8 मल्टीप्लाई बाय 4/8 इट मींस RM की वैल्यू ਤੁਹਾਨੂੰ ਕੀ ਆ ਜਾਏਗੀ प्रोडक्ट ऑफ 2 with 4.8 you become it's become 9.6 meter 9.6 meter must be the distance between Rashma and Mandeep okay तो ਇਹ ਆਪਸ ਦੇ ਵਿੱਚ ਖੇਡ ਰਹੀਆਂ ਸੀ ਇੱਕ ਬਾਲ ਥਰੋ ਕਰ ਰਹੀਆਂ ਸੀ ਸੋ ਇਹਦਾ ਡਿਸਟੈਂਸ ਸੀ r ਤੋਂ ਇਹਦਾ s ਦਾ ਸੀ 6 s ਤੋਂ m ਸੀ 6 ਸੋ r ਤੋਂ m ਵੀ ਦਾ ਰੂਲ ਕਿੰਨਾ ਹੋ ਜਾਏਗਾ 9.6 ਮੀਟਰ ਇਹਦਾ ਆਨਸਰ ਆਏਗਾ ਤੁਹਾਡੇ ਕੋਲ ਰਾਈਟ ਸੋ ਇਹ ਕੁਐਸਚਨ ਨੂੰ ਇਸ ਤਰੀਕੇ ਨਾਲ ਇੱਕ ਦੋ ਵਾਰੀ ਪੜੋਗੇ ਤੁਹਾਨੂੰ ਸਮਝ ਲੱਗੇਗੀ ਓਕੇ हाँ जी बच्चे क्वेश्चन नंबर 6 की कह रहे हैं ਤੁਹਾਡੇ ਕੋਲ रेडियस है एक सर्कुलर पार्क ਦਾ ਉਹ ਹੈ 20 मीटर सर्कुलर रेडियस है एक पार्क ਦਾ और ਤੁਹਾਡੇ ਕੋਲ तीन दोस्त ने एक ਦਾ नाम है ए आकाश है शायद आकाश शायद एंड डेविड तीन दोस्त ने ਜਿਹੜੇ ਸਰਕਮਫਰੈਂਸ ਤੇ ਬੈਠੇ ਹੋਏ ਨੇ ਔਰ ਤਿੰਨਾਂ ਕੋਲ ਫੋਨ ਹੈ ਓਕੇ ਤਿੰਨਾਂ ਕੋਲ ਫੋਨ ਹੈ ਇੱਕ ਤਾਰ ਦੇ ਨਾਲ ਜੁੜਿਆ ਹੋਇਆ ਹੈ ਸੋ ਹਰ ਇੱਕ ਸਟ੍ਰਿੰਗ ਦੀ ਜਿਹੜੀ ਲੈਂਥ ਆ ਉਹ ਇਕੁਅਲ ਹੈ A ਤੋਂ S ਤੱਕ ਦੀ ਲੈਂਥ S ਤੋਂ D ਤੱਕ ਦੀ ਲੈਂਥ और D तो A तक दी लेंथ जी स्ट्रिंग दी लेंथ हैगी है वो इक्वल है and given that the radius in which they are seated is 20 meter तो radius of circle का आ गया हमारे को 20 meter ऐसे दसना each string दी length कितनी है find the length of each string okay in hand of the friends so बच्चे देखो सर्कल ਜਿਹੜਾ ਹੈਗਾ we know that equilateral triangle ਜਿਹੜਾ ਹੁੰਦਾ ਹੈ ਜਿਹੜਾ ਸਰਕਲ ਦੇ ਅੰਦਰ ਆਂਦਾ ਹੈ ਬੋਲਦੇ ਆ ਜਿਹਨੂੰ ਅਸੀਂ ਤਾਂ ਉਹਦਾ ਜਿਹੜਾ ਮੀਡੀਅਨ ਹੁੰਦਾ ਹੈ ਉਹ ਹਮੇਸ਼ਾ ਕਿੱਥੋਂ ਪਾਸ ਕਰਦੇ ਨੇ ਮੀਡੀਅਨ ਸੈਂਟਰ ਤੋਂ ਪਾਸ ਕਰਦੇ ਨੇ ਸਰਕਮ ਸੈਂਟਰ ਦੇ ਵਿੱਚ ਓਕੇ ਸਰਕਮ ਸੈਂਟਰ ਦੇ ਵਿੱਚ ਸਾਡੇ ਕੋਲ ਜਿਹੜੇ ਮੀਡੀਅਨ ਹੁੰਦੇ ਨੇ ਕਿੱਥੋਂ ਪਾਸ ਕਰਦੇ ਨੇ ਦੇਖੋ ਦਿਸ AB ਇਜ਼ ਅ ਮੀਡੀਅਨ ਓਕੇ ਇਹ ਕਿੱਥੋਂ ਪਾਸ ਕਰੇਗਾ ਸੈਂਟਰ ਤੋਂ ਪਾਸ ਕਰੇਗਾ ਇਸੇ ਤਰ੍ਹਾਂ ਤੁਸੀਂ ਇੱਥੋਂ ਮੀਡੀਅਨ ਡਰਾ ਕਰੋਗੇ ਵੀ ਸੈਂਟਰ ਤੋਂ ਪਾਸ ਕਰੇਗਾ ਔਰ ਇਹ ਵੀ ਸੈਂਟਰ ਤੋਂ ਪਾਸ ਕਰੇਗਾ ਔਰ ਹਮੇਸ਼ਾ ਇਹ 2:1 ਰੇਸ਼ੋ ਦੇ ਵਿੱਚ ਡਿਵਾਈਡ ਹੁੰਦੇ ਨੇ ਹਮੇਸ਼ਾ ਜਿਹੜੇ ਮੀਡੀਅਨ ਹੁੰਦੇ ਨੇ ਉਹ ਕੀ ਹੁੰਦੇ ਨੇ 2:1 ਰੇਸ਼ੋ ਵਿੱਚ ਹੈ ਹਮੇਸ਼ਾ ਕਨਸੈਪਟ ਯਾਦ ਰੱਖੋ ਕਿ ਸਾਡੇ ਕੋਲ OA ਔਰ OB ਦੀ ਰੇਸ਼ੋ ਜਿਹੜੀ ਆਏਗੀ ਉਹ 2:1 ਆਏਗੀ ਠੀਕ ਹੈ ਤੁਸੀਂ ਇਹ ਚੀਜ਼ ਨੂੰ ਯਾਦ ਰੱਖਣਾ ਹੈ ਰਾਈਟ ਸੋ OA ਦੀ ਵੈਲਿਊ ਤੁਹਾਨੂੰ ਦਿੱਤੀ ਹੋਈ ਆ OA ਵੈਲਿਊ ਤੁਹਾਨੂੰ ਦਿੱਤੀ ਸੀ 20 ਇਟ ਮੀਨਸ OA ਦੀ ਜਗ੍ਹਾ ਮੈਂ 20 ਮੀਟਰ ਲੈ ਸਕਦਾ OB ਦੀ ਵੈਲਿਊ ਮੈਨੂੰ ਨਹੀਂ ਦਿੱਤੀ ਹੋਈ 2:1 ਓਕੇ ਸੋ ਇਹ ਚੋਂ OB ਦੀ ਵੈਲਿਊ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਤੁਸੀਂ अगर को OB 20 रेसिप्रोकल कर लो 1/2 सो 20 इधर आ गया OB इज इक्वल टू 20/2 व्हिच इज 10 ओके तो 10 आ गई ए वैल्यू 10 आ गई तो 20 सी ठीक है ए वैल्यू 20 सी तो यह बन गई 10 तो टोटल कर दोगे 30 बन गया इट मींस आप पूरी लेंथ की ये आ गई 30 आ गई राइट ਹੁਣ ਅਗਰ ਅਸੀਂ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਸੈਂਟਰ ਤੋਂ ਪਾਸ ਹੁੰਦੀ ਹੈ ਔਰ ਦਿਸ ਇਜ਼ ਅ ਮਿਡ ਪੁਆਇੰਟ ਹਨਾ ਥਿਊਰਮ ਕੀ ਕਹਿੰਦੀ ਹੈ ਕਿ ਅਗਰ ਇਹ ਲਾਈਨ ਜਿਹੜੀ ਹੈ ਸੈਂਟਰ ਤੋਂ ਪਾਸ ਹੋ ਰਹੀ ਹੈ ਔਰ ਇਹ ਮਿਡ ਪੁਆਇੰਟ ਵੀ ਬਣਦਾ ਪਿਆ ਤਾਂ ਡੈਫੀਨਿਟਲੀ ਇਹ ਕੀ ਹੋਏਗੀ ਰਾਈਟ ਐਂਗਲ ਹੋਏਗਾ ਅਗਰ ਇਹ ਰਾਈਟ ਐਂਗਲ ਹੋਏਗਾ ਤੇ ਤੁਸੀਂ ਟ੍ਰਾਇੰਗਲ ਦੇਖੋ ABD ਕੀ ਦੇਖੋ ट्राइंगल
ਰਾਈਟ ਐਂਗਲ ਟ੍ਰਾਇੰਗਲ ABD ਦੇ ਵਿੱਚ ਕੀ ਤੁਸੀਂ ਲਗਾ ਸਕਦੇ ਪਾਇਥਾਗੋਰਸ ਲਗਾ ਸਕਦੇ ਆ ਜਿਹਦੇ ਵਿੱਚ ਤੁਸੀਂ ਕੀ ਕਰੋਗੇ AD ਦਾ ਸਕੁਅਰ ਕਿਹਦੇ ਇਕੁਅਲ ਹੋਏਗਾ AD ਦਾ ਸਕੁਅਰ ਇਕੁਅਲ ਹੋਏਗਾ ਸਮ ਆਫ perpendicular AB square is equal to BD square right ਹੁਣ AD ਦੀ ਵੈਲਿਊ ਕੀ ਹੈ AD ਦੀ ਵੈਲਿਊ ਤੁਸੀਂ ਨਿਕਾਲੀ ਹੈ it is sorry ਇਹ ਨਿਕਾਲਣੀ ਹੈ AD ਦੀ ਵੈਲਿਊ ਅਸੀਂ ਨਿਕਾਲਣੀ ਹੈ ਸੋ AD square as it is ਆ ਗਿਆ AB ਦੀ ਵੈਲਿਊ ਤੁਸੀਂ ਹੁਣੇ ਬੋਲਿਆ 30 ਹੈ ਤਾਂ 30 ਦਾ ਸਕੁਅਰ ਆ ਗਿਆ ਰਾਈਟ 30 ਸਕੁਅਰ ਹੋ ਗਿਆ प्लस BD ਦੀ ਵੈਲਿਊ ਓਕੇ BD ਦੀ ਅਗਰ ਮੈਂ ਲਿਖ ਸਕਦਾ AD ਦਾ ਹਾਫ BD ਨੂੰ ਮੈਂ AD ਦਾ ਹਾਫ ਲਿਖ ਸਕਦਾ ਕਿ ਨਹੀਂ ਲਿਖ ਸਕਦਾ ਯੈਸ ਲਿਖ ਸਕਦਾ ਕਿਉਂਕਿ ਅਸੀਂ ਕਿਹਾ ਸੀ ਕਿ SD ਇਕੁਅਲ ਟੂ AD ਹੈ और BD ਕੀ ਹੈ ਹਾਫ ਆਫ ਸੈਕਸ਼ਨ SD ਹੈ तो डेफिनेटली ਜਿਹੜੀ BD ਹੈ ਨਾ ਜਿਹੜੀ ਲਾਈਨ BD ਹੈ ਉਹ ਕਿਹਦੇ ਇਕੁਅਲ ਹੋ ਸਕਦੀ ਹੈ ਹਾਫ ਆਫ AD ਦੇ ਲਾਈਨ ਦੇ ਇਕੁਅਲ ਹੋ ਸਕਦੀ ਹੈ ਕਿਉਂਕਿ ਦੋਨੋਂ ਲਾਈਨ ਆਪਸ ਵਿੱਚ ਇਕੁਅਲ ਨੇ SD और DA ਆਪਸ ਵਿੱਚ ਇਕੁਅਲ ਨੇ ਸੋ ਇਟ ਮੀਨਸ अगर मैं AD ਦਾ ਹਾਫ ਕਰਾਂ AD ਦਾ ਹਾਫ ਕਰਾਂ तो मेरे को BD ਦੇ ਇਕੁਅਲ ਹੀ ਹੋਏਗਾ ਸੋ ਇਸ ਕਰਕੇ ਮੈਂ ਇਕੁਏਸ਼ਨ ਨੂੰ ਇਸ ਤਰ੍ਹਾਂ ਲਿਖ ਸਕਦਾ तो ਇਹ AD ਸਕੁਅਰ ਇਕੁਅਲ ਟੂ ਕਿਹਦੇ ਬਣਿਆ 900 प्लस ਇੱਥੇ ਬਣਿਆ AD ਸਕੁਅਰ divided by 4 right so AD square 4 ਨੂੰ ਇੱਧਰ ਲੈ ਆਓ ਤਾਂ ਤੁਹਾਡੇ ਕੋਲ ਬਣ ਗਿਆ AD square minus AD square by 4 is equal to 900 right so ਇਹ ਤੁਹਾਡੇ ਕੋਲ ਬਣ ਗਿਆ 3AD square by 4 is equal to 900 right so that's become ਤੁਹਾਡੇ ਕੋਲ ਬਣ ਗਿਆ AD square is equal to 900 multiplied by 4 divided by 3 3 ਨਾਲ ਕੱਟਿਆ ਗਿਆ ਤੇ ਕਿੰਨਾ ਬਣੇਗਾ ਤੁਹਾਡੇ ਕੋਲ ਇਹ ਬਣੇਗਾ ਤੁਹਾਡੇ ਕੋਲ 300 multiplied by 4 become 1200 okay so AD equal to ਕੀ ਆਏਗਾ AD equal ਤੁਹਾਡੇ ਕੋਲ ਆਏਗਾ square root of 1200 okay तो 1200 ਦੇ ਪ੍ਰਾਈਮ ਫੈਕਟਰ ਦਾ ਤੁਸੀਂ ਨਿਕਾਲੋਗੇ ਤੇ ਉਹ ਤੁਹਾਡੇ ਕੋਲ ਬਣੇਗਾ ਦੇਖੋ ਪ੍ਰਾਈਮ ਫੈਕਟਰਾਈਜੇਸ਼ਨ ਤੁਹਾਨੂੰ ਕਰਨੀ ਆਉਂਦੀ ਹੈ ਉਹ ਤੁਸੀਂ ਕਰ ਲੋਗੇ ਔਰ ਇਹਦਾ ਆਨਸਰ ਆਏਗਾ ਸਮਥਿੰਗ ਲਾਈਕ ਤੁਸੀਂ ਨੂੰ ਸੋਲਵ ਕਰੋਗੇ ਆਏਗਾ 20√3 ਸੋ 20√3 ਤੁਹਾਡੇ ਕੋਲ ਵੈਲਿਊ ਆਏਗੀ ਇਹਨੂੰ ਪ੍ਰਾਈਮ ਫੈਕਟਰਾਈਜੇਸ਼ਨ ਕਰਨ ਤੋਂ ਬਾਅਦ ਸੋ ਐਸੀ ਬੱਚੇ ਐਕਸਰਸਾਈਜ਼ 10.4 ਇਹਨੂੰ ਧਿਆਨ ਤਰੀਕੇ ਨਾਲ ਕਰੋ ਬਹੁਤ ਮਿਹਨਤ ਕੀਤੀ ਹੈ ਵੀਡੀਓ ਬਣਾਉਣ ਲੱਗਿਆ ਤੁਹਾਡੇ ਵਾਸਤੇ ਸੋ ਇਹ ਚੀਜ਼ ਨੂੰ ਇਗਨੋਰ ਨਹੀਂ ਕਰਨਾ ਇਹਨੂੰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਪ੍ਰੈਕਟਿਸ ਕਰੋ ਥੈਂਕ ਯੂ ਵੈਰੀ ਮੱਚ